ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਗਊ ਬਿਰਾਹਮਣ ਕੋ ਕਰ ਲਾਵਹੁ, ਗੋਬਰ ਤਰਨ ਨ ਜਾਈ। ਧੋਤੀ ਟਿਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਗਊ ਬਿਰਾਹਮਣ ਕੋ ਕਰ ਲਾਵਹੁ, ਗੋਬਰ ਤਰਨ ਨ ਜਾਈ। ਧੋਤੀ ਟਿਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰ ਕਾ ਭਾਈ। ਛੋਡੀ ਲੈ ਪਾਖੰਡਾ, ਨਾਮ ਲੈ ਜਾਹੇ ਤਰੰਦਾ। ਛੋਡੀ ਲੈ ਪਾਖੰਡਾ, ਨਾਮ ਲੈ ਜਾਹੇ ਤਰੰਦਾ। ਸ਼ਲੋਕ ਮਹੱਲਾ ਪਹਿਲਾ। ਗਊ ਬਿਰਾਹਮਣ ਕੋ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਿੱਖ ਪੰਥ ਅੰਦਰ ਪ੍ਰਚਲਿਤ ਬਾਣੀ, ਜਿਸ ਦਾ ਹਮੇਸ਼ਾ ਅੰਮ੍ਰਿਤ ਵੇਲੇ ਕੀਰਤਨ ਵੀ ਹੁੰਦਾ ਹੈ। ਸ਼੍ਰੀ ਆਸਾ ਜੀ ਦੀ ਵਾਰ ਦੀ ਆਪ ਸੰਗਤਾਂ ਕਥਾ ਸਰਵਣ ਕਰ ਰਹੇ ਹੋ। 15 ਸ਼ਲੋਕਾਂ ਤੇ ਪੌੜੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 16ਵੇਂ ਸ਼ਲੋਕ ਤੇ ਪੌੜੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਸ ਸ਼ਲੋਕ ਦੀ ਉਥਾਨਕਾ ਇਤਿਹਾਸਕ ਪੱਖ ਤੋਂ ਮਹਾਂਪੁਰਖ ਵਿਦਵਾਨ ਇਹ ਦੱਸਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਦੇ ਅੰਦਰ ਨਵਾਬ ਦੌਲਤ ਖਾਂ ਦਾ ਮੋਦੀਖਾਨਾ ਚਲਾ ਰਹੇ ਸਨ, ਉਹਨਾਂ ਦਿਨਾਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਜਾਂਦੇ। ਉਸ ਬੇਈ ਨਦੀ ਦੇ ਕੰਢੇ ਤੇ ਇੱਕ ਬੇਰੀ ਦਾ ਦਰਖਤ ਸੀ, ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਬੇਰ ਸਾਹਿਬ ਬੜਾ ਸੁੰਦਰ ਅਸਥਾਨ ਬਣਿਆ ਹੋਇਆ ਹੈ। ਉੱਥੇ ਬੈਠ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵੀ ਕਰਦੇ। ਬੇਈ ਨਦੀ ਵਿੱਚ ਇਸ਼ਨਾਨ ਕਰਨਾ, ਫਿਰ ਉੱਥੇ ਬੇਰੀ ਦੇ ਦਰਖਤ ਹੇਠਾਂ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਦੇ ਵਿੱਚ ਲੀਨ ਹੋ ਜਾਂਦੇ। ਉੱਥੇ ਨੇੜੇ ਹੀ ਇੱਕ ਬੇਈ ਨਦੀ ਦਾ ਪੁਲ ਹੁੰਦਾ ਸੀ, ਤੇ ਉਹਨਾਂ ਦਿਨਾਂ ਦੇ ਅੰਦਰ ਪਠਾਣਾਂ ਦਾ ਰਾਜ ਸੀ। ਦੌਲਤ ਖਾਂ ਨਵਾਬ ਉਹ ਵੀ ਇੱਕ ਪਠਾਨ ਹੁਕਮਰਾਨ ਸੀ, ਔਰ ਉਸਨੇ ਬੇਈ ਨਦੀ ਉੱਤੇ ਟੋਲ ਟੈਕਸ ਲਾਇਆ ਹੋਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਉੱਥੇ ਬੇਈ ਨਦੀ ਤੇ ਇਸ਼ਨਾਨ ਕਰਕੇ ਸਿਮਰਨ ਕਰਕੇ
ਬੈਠੇ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਨ। ਅਚਾਨਕ ਕੀ ਹੋਇਆ, ਇਹ ਕੋਈ ਬ੍ਰਾਹਮਣ ਗਊ ਲੈ ਕੇ ਸੁਲਤਾਨਪੁਰ ਵੱਲ ਨੂੰ ਆ ਰਿਹਾ ਸੀ, ਤੇ ਜਿਹੜੇ ਦੌਲਤ ਖਾਨ ਨਵਾਬ ਦੇ ਜਗਾਤੀਏ ਸਨ, ਮਸੂਲੀਏ ਸਨ, ਉਹਨਾਂ ਨੇ ਉਸ ਬ੍ਰਾਹਮਣ ਨੂੰ ਰੋਕ ਲਿਆ। ਤੇ ਜਿਹੜਾ ਉਸ ਵੇਲੇ ਉਸ ਮਸੂਲ ਦਾ ਮੇਨ ਹੈਡ ਆਦਮੀ ਸੀ, ਉਹ ਇੱਕ ਖੱਤਰੀ ਹਿੰਦੂ ਸੀ। ਹੁਣ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਸਾਰਾ ਨਜ਼ਾਰਾ ਵੇਖ ਰਹੇ ਸਨ, ਤਾਂ ਉਸ ਖੱਤਰੀ ਹਿੰਦੂ ਨੇ ਬ੍ਰਾਹਮਣ ਨੂੰ ਉੱਥੇ ਘੇਰ ਲਿਆ। ਉਹਨੂੰ ਕਹਿਣ ਲੱਗਾ, ਜੇ ਤੂੰ ਇਸ ਪੁਲ ਉੱਤੋਂ ਦੀ ਦਰਿਆ ਪਾਰ ਕਰਨਾ ਤੇ ਤੈਨੂੰ ਮਸੂਲ ਲੱਗੇਗਾ, ਗਊ ਦੇ ਉੱਤੇ ਵੀ ਤੇ ਨਾਲ ਤੇਰੇ ਤੇ ਵੀ। ਉਹ ਬ੍ਰਾਹਮਣ ਗਰੀਬ ਸੀ, ਉਹ ਕਹਿਣ ਲੱਗਾ, ਮੇਰੇ ਕੋਲ ਮਸੂਲ ਦੇਣ ਵਾਸਤੇ ਕੁਝ ਵੀ ਨਹੀਂ ਹੈ, ਤੇ ਆਹ ਜਿਹੜੀ ਗਊ ਹੈ ਮੇਰੇ ਕੋਲ, ਇਹ ਵੀ ਕਿਸੇ ਨੇ ਦਾਨ ਕੀਤੀ ਹੋਈ ਹੈ, ਇਸ ਲਈ ਮੈਂ ਬ੍ਰਾਹਮਣ ਹਾਂ, ਇੱਕ ਹਿੰਦੂ ਹਾਂ, ਤੂੰ ਵੀ ਹਿੰਦੂ ਖੱਤਰੀ ਹੈ, ਕੁਝ ਨਾ ਕੁਝ ਮੇਰੇ ਤੇ ਰਹਿਮ ਕਰ। ਪਰ ਉਹ ਕਹਿਣ ਲੱਗਾ, ਨਹੀਂ, ਜਿੰਨਾ ਚਿਰ ਤੱਕ ਤੂੰ ਮਸੂਲ ਨਹੀਂ ਦਿੰਦਾ, ਤੂੰ ਇੱਥੋਂ ਜਾ ਹੀ ਨਹੀਂ ਸਕਦਾ। ਤੇ ਫਿਰ ਅਖੀਰ ਤੇ ਕੀ ਹੋਇਆ, ਉਹ ਦੋਵੇਂ ਬ੍ਰਾਹਮਣ ਵੀ ਤੇ ਗਊ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਹੀ ਉੱਥੇ ਬੈਠੇ ਰਹੇ। ਨਾ ਇਹਨਾਂ ਨੂੰ ਕਿਸੇ ਨੇ ਅੰਨ ਪਾਣੀ ਪੁੱਛਿਆ, ਤੇ ਨਾ ਹੀ ਕੋਈ ਇਹਨਾਂ ਨੂੰ ਜਾਣ ਦੀ ਆਗਿਆ ਦਿੱਤੀ। ਅਖੀਰ ਗਾਂ ਨੇ ਗੋਬਰ ਕਰ ਦਿੱਤਾ, ਤੇ ਉਸ ਖੱਤਰੀ ਨੇ ਸੋਚਿਆ ਵੀ ਇਹ ਗਾਂ ਨੇ ਗੋਬਰ ਦਿੱਤਾ ਹੈ। ਉਹ ਗਾਂ ਦਾ ਗੋਬਰ ਚੁੱਕ ਕੇ ਅੰਦਰ ਲੈ ਗਿਆ, ਤੇ ਅੰਦਰ ਜਾ ਕੇ ਆਪਣੇ ਚੌਂਕੇ ਤੇ ਪੋਚਾ ਫੇਰਨ ਲੱਗ ਪਿਆ, ਤੇ ਕਹਿਣ ਲੱਗਾ, ਚਲੋ ਹੋਰ ਨਹੀਂ, ਚਲੋ ਹੁਣ ਆਪਾਂ ਗਾਂ ਦੇ ਗੋਬਰ ਦੇ ਨਾਲ ਚੌਂਕਾ ਹੀ ਸੁੱਚਾ ਕਰ ਲਵਾਂਗੇ। ਹੁਣ ਇਹਦੀ ਇਹ ਸਾਰੀ ਕਿਰਿਆ ਨੂੰ ਵੇਖ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਰਿਹਾ ਨਾ ਗਿਆ। ਬਈ ਵੇਖੋ, ਠੀਕ ਹੈ, ਮੁਸਲਮਾਨਾਂ ਦਾ ਰਾਜ ਹੈ, ਪਰ ਉਸ ਮੁਸਲਮਾਨੀ ਰਾਜ ਦੇ ਹੇਠਾਂ ਆ ਜਿਹੜੇ ਮੁਨਸੀ ਮੁਸ਼ੱਦੀ ਕੋਈ ਹਿੰਦੂ ਲੋਕ ਸਨ, ਇਹ ਵੀ ਉਹਨਾਂ ਦੇ ਪ੍ਰਭਾਵ ਹੇਠਾਂ ਆ ਕੇ ਲੋਕਾਂ ਤੇ ਜ਼ੁਲਮ ਕਰਦੇ ਹਨ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਪਾਵਨ ਪਵਿੱਤਰ ਸ਼ਲੋਕ ਉਚਾਰਨ ਕੀਤਾ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸਰਵਣ ਕਰੋ, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕੋ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਜਿਹੜਾ ਕਸਟਮ ਅਧਿਕਾਰੀ ਇੱਕ ਹਿੰਦੂ ਖੱਤਰੀ ਸੀ, ਉਹਨੂੰ ਸੰਬੋਧਨ ਕਰਕੇ ਆਖ ਰਹੇ ਹਨ, ਗਊ ਬ੍ਰਾਹਮਣ ਕਉ ਕਰ ਲਾਵੋ। ਕਹਿੰਦੇ ਇੱਕ ਪਾਸੇ ਗਊ ਨੂੰ ਤੂੰ ਆਪਣੀ ਮਾਤਾ ਸਮਝਦਾ ਤੇ ਬ੍ਰਾਹਮਣ ਨੂੰ ਦੇਵਤਾ ਆਖਦਾ, ਪਰ ਇਹਨਾਂ ਦੋਹਾਂ ਉੱਤੇ ਕਰ ਲਾਵੋ ਤੂੰ ਟੈਕਸ ਲਾ ਰਿਹਾ ਹੈ, ਗਊ ਤੇ ਵੀ ਬ੍ਰਾਹਮਣ ਤੇ ਵੀ। ਗਊ ਨੂੰ ਹਿੰਦੂ ਲੋਕ ਮਾਂ ਦਾ ਰੁਤਬਾ ਦਿੰਦੇ ਹਨ, ਤੇ ਬ੍ਰਾਹਮਣ ਨੂੰ ਦੇਵਤਾ ਜਾਂ ਆਪਣਾ ਗੁਰੂ ਮੰਨਦੇ ਹਨ। ਤੇ ਸਤਿਗੁਰੂ ਕਹਿੰਦੇ ਨੇ, ਇੱਕ ਪਾਸੇ ਤੁਸੀਂ ਇਹਨਾਂ ਨੂੰ ਆਪਣੇ ਪੂਜਨ ਯੋਗ ਆਖਦੇ ਹੋ, ਦੂਜੇ ਪਾਸੇ ਗਊ ਤੇ ਬ੍ਰਾਹਮਣ ਤੇ ਤੂੰ ਟੈਕਸ ਲਾ ਰਿਹਾ ਹੈ। ਗੋਬਰ ਤਾਰਨ ਨਾ ਜਾਈ, ਫਿਰ ਗਾਂ ਦਾ ਗੋਬਰ ਲੈ ਕੇ ਚੌਂਕਾ ਵੀ ਆਪਣਾ ਸੁੱਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇੱਕ ਪਾਸੇ ਆਪਦੀ ਮਾਂ ਗਊ ਨੂੰ ਤੇ ਬ੍ਰਾਹਮਣ ਨੂੰ ਟੈਕਸ ਲਾਉਣਾ, ਤੇ ਦੂਜੇ ਪਾਸੇ ਉਹਦਾ ਗੋਬਰ ਲੈ ਕੇ ਚੌਂਕਾ ਸੁੱਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਤੇ ਭਾਈ ਤਰਿਆ ਨਹੀਂ ਜਾ ਸਕਦਾ। ਧੋਤੀ ਟਿੱਕਾ ਤੈ ਜਪ ਮਾਲੀ, ਧਨ ਮਲੇਸ਼ਾਂ ਖਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਕਸਟਮ ਅਧਿਕਾਰੀ ਹਿੰਦੂ ਖੱਤਰੀ ਨੂੰ ਕਹਿੰਦੇ ਹਨ, ਤੇਰੇ ਤੇੜ ਧੋਤੀ ਵੀ ਬੰਨੀ ਹੋਈ ਹੈ, ਮੱਥੇ ਉੱਤੇ ਟਿੱਕਾ ਤਿਲਕ ਵੀ ਲਾਇਆ ਹੋਇਆ, ਤੇ ਨਾਲ ਹੀ ਜਪ ਮਾਲੀ ਮਾਲਾ ਵੀ ਤੂੰ ਗਲ ਵਿੱਚ ਪਾਈ ਹੋਈ ਹੈ। ਧਾਨ ਮਲੇਸ਼ਾਂ ਖਾਈ, ਪਰ ਧਾਨ ਮਲੇਸ਼ਾਂ ਦਾ ਖਾਨਾ, ਇਹ ਤੇਰੇ ਵਾਸਤੇ ਠੀਕ ਨਹੀਂ। ਉਸ ਵੇਲੇ ਹਿੰਦੂ ਲੋਕ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸਨ, ਤੇ ਜਿਹੜੇ ਮੁਸਲਮਾਨ ਸਨ ਹਿੰਦੂਆਂ ਨੂੰ ਕਾਫਰ ਆਖਦੇ ਸਨ। ਇਸੇ ਲਈ ਸਤਿਗੁਰੂ ਮਹਾਰਾਜ ਨੇ ਮਲੇਸ਼ ਸ਼ਬਦ ਵਰਤਿਆ ਹੈ। ਮਲੇਸ਼ ਦਾ ਅਰਥ ਮਹਾਂਪੁਰ ਕਰਦੇ ਸਨ, ਮਲ ਖਾਣ ਦੀ ਇੱਛਾ ਰੱਖਣ ਵਾਲਾ ਮਨੁੱਖ ਮਲੇਸ਼ ਹੁੰਦਾ ਹੈ। ਹਜ਼ੂਰ ਕਹਿੰਦੇ, ਵੇਖ, ਇੱਕ ਪਾਸੇ ਤੂੰ ਆਪਣੇ ਆਪ ਨੂੰ ਹਿੰਦੂ ਸਮਝਦਾ, ਧੋਤੀ ਵੀ ਬੰਨ੍ਹਦਾ, ਤਿਲਕ ਵੀ ਲਾਉਣਾ, ਮਾਲਾ ਵੀ ਗਲ ਵਿੱਚ ਪਾਈ ਹੋਈ ਹੈ, ਤੇ ਧਾਨ ਮਲੇਸ਼ਾਂ ਦਾ ਖਾ ਰਿਹਾ ਹੈ। ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰ ਕਾ ਭਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਜਮ ਤੁਰ ਕਾ ਭਾਈ, ਕਿ ਭਾਈ ਵੇਖ ਲੈ, ਤੇਰਾ ਸਾਰਾ ਜਿਹੜਾ ਸੰਜਮ ਰਹਿਣੀ ਬਹਿਣੀ ਹੈ, ਤੇਰੇ ਜੀਵਨ ਦੇ ਰਹਿਣ ਸਹਿਣ ਦਾ ਢੰਗ ਹੈ, ਉਹ ਤੇ ਸਾਰਾ ਮੁਸਲਮਾਨਾਂ ਵਾਲਾ ਹੈ। ਪੜ੍ਹੈ ਕਿਤਾਬਾਂ, ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀਆਂ ਉਹਨਾਂ ਦੀਆਂ ਸ਼ਰਹ ਫਿਕਾ ਦੀਆਂ ਕਿਤਾਬਾਂ ਨੇ, ਧਰਮ ਗ੍ਰੰਥ ਨੇ, ਕੁਰਾਨ ਸ਼ਰੀਫ ਹੈ, ਅਤੇ ਹੋਰ ਮੁਸਲਮਾਨਾਂ ਦੇ ਧਰਮ ਗ੍ਰੰਥਾਂ ਨੂੰ ਵੀ ਪੜ੍ਹਦਾ ਹੈ। ਤੇ ਅੰਤਰ ਪੂਜਾ, ਤੇ ਅੰਦਰ ਲੁਕ ਕੇ ਤੂੰ ਮੂਰਤੀਆਂ ਦੀ ਪੂਜਾ ਕਰਦਾ। ਬਾਹਰੋਂ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦਾ ਸਾਰਾ ਸੰਜਮ ਤੌਰ ਤਰੀਕਾ ਧਾਰਨ ਕੀਤਾ ਹੋਇਆ, ਤੇ ਅੰਦਰ ਵੜ ਕੇ ਤੂੰ ਮੂਰਤੀਆਂ ਦੀ, ਠਾਕੁਰਾਂ ਦੀ ਪੂਜਾ ਕਰਦਾ। ਇਹ ਤੇਰਾ ਕਾਹਦਾ ਧਰਮ ਹੈ? ਆਪਣੇ ਧਰਮ ਨੂੰ ਲੁਕਾਉਣਾ, ਤੇ ਆਪਣਾ ਧਰਮ ਛੱਡ ਕੇ ਮਲੇਸ਼ਾਂ ਦੇ ਧਰਮ ਨੂੰ ਅਪਣਾ ਰਿਹਾ ਹੈ। ਇਹ ਤੇਰੇ ਵਾਸਤੇ ਠੀਕ ਨਹੀਂ ਹੈ। ਛੋਡੀ ਲੈ ਪਾਖੰਡਾ, ਨਾਮ ਲੈ ਜਾਹੇ ਤਰੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਰਾਵਾ ਛੋਡੀ ਲੈ ਪਾਖੰਡਾ, ਇਹ ਪਖੰਡ ਕਰਨਾ ਛੱਡ ਦੇ। ਪਖੰਡ ਦਾ ਮਤਲਬ ਹੁੰਦਾ ਹੈ ਉੱਪਰੋਂ ਕੁਝ ਹੋਰ ਬਣ ਕੇ ਦਿਖਾਉਣਾ, ਅੰਦਰ ਭਾਵਨਾ ਕੋਈ ਹੋਰ ਹੋਣੀ। ਇਹਨੂੰ ਕਹਿੰਦੇ ਆ ਪਖੰਡ। ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ। ਹਜ਼ੂਰ ਕਹਿੰਦੇ ਨੇ ਬਈ ਉੱਤੋਂ ਤੂੰ ਮੁਸਲਮਾਨਾਂ ਦੇ ਸਾਰੇ ਰੰਗ ਢੰਗ ਨੂੰ ਅਪਣਾਇਆ ਹੋਇਆ, ਤੇ ਅੰਦਰ ਵੜ ਕੇ ਲੋਕੇ ਠਾਕੁਰਾਂ ਦੀ ਪੂਜਾ ਕਰਦਾ। ਇਹੋ ਜਿਹਾ ਪਖੰਡ ਕਰਨਾ ਛੱਡ ਦੇ। ਨਾਮ ਲੈ, ਤੇ ਵਾਹਿਗੁਰੂ ਦਾ ਨਾਮ ਲੈ, ਕਿਉਂਕਿ ਨਾਮ ਲੈਣ ਦੇ ਨਾਲ ਜਾਹੇ ਤਰੰਦਾ, ਬਈ ਤੂੰ ਤਰਦਾ ਹੀ ਜਾਵੇਂਗਾ। ਜੇ ਤੂੰ ਵਾਹਿਗੁਰੂ ਦਾ ਨਾਮ ਜਪੇ, ਜਿਵੇਂ ਆਪਾਂ ਆਮ ਹੀ ਇਹ ਪੰਜਾਬੀ ਦਾ ਮੁਹਾਵਰਾ ਹੈ, ਕਹਿੰਦੇ ਲੈ ਬਸ ਇੱਕ ਵਾਰੀ ਤੂੰ ਉੱਤੇ ਕਾਰ ਤੇ ਬੈਠ ਜਾਂ ਘੋੜੀ ਤੇ ਚੜ੍ਹ, ਬਸ ਤਰਦਾ ਹੀ ਜਾਵੇਂਗਾ। ਜਾਹੇ ਤਰੰਦਾ ਵੀ ਤਰਦਾ ਹੀ ਜਾਵੇਂਗਾ। ਲਓ ਹਜ਼ੂਰ ਕਹਿੰਦੇ ਨੇ ਤੂੰ ਵਾਹਿਗੁਰੂ ਦੇ ਨਾਮ ਨੂੰ ਲੈ, ਤੇ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਹਾਰ। ਨਾਮ ਲੈਣ ਦੇ ਨਾਲ ਜਾਹੇ ਤਰੰਦਾ, ਤੂੰ ਤਰਦਾ ਹੀ ਜਾਵੇਂਗਾ। ਭਾਵ ਨਾਮ ਜਹਾਜ਼ ਤੇ ਬੈਠ ਕੇ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ। ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਜ, ਸੁਰੀ ਵਗਾਇਨ ਤਿਨ ਗਲ ਤਾਗ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਚ ਦੇ ਪ੍ਰਚਾਰਕ ਸਨ, ਧਰਮ ਦੇ ਰਹਿਬਰ ਸਨ। ਇਸ ਲਈ ਉਹਨਾਂ ਨੇ ਜੋ ਕੁਝ ਬਾਣੀ ਵਿੱਚ ਲਿਖਿਆ ਹੈ ਉਹ ਇੱਕ ਬਿਲਕੁਲ ਹਕੀਕਤ ਹੈ, ਇੱਕ ਅਟਲ ਸਚਾਈ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਉਸ ਵੇਲੇ ਦੇ ਮੁਸਲਮਾਨ ਹਾਕਮ ਸਨ, ਉਹਨਾਂ ਨੂੰ ਮਾਨਸ ਖਾਣੇ ਦਾ ਖਿਤਾਬ ਦਿੰਦੇ। ਮਾਨਸ ਖਾਣੇ ਦਾ ਮਤਲਬ ਹੈ ਆਦਮਖੋਰ।
ਬੰਦਿਆਂ ਨੂੰ ਮਾਰ ਕੇ ਜਿਹੜੇ ਖਾ ਜਾਣ, ਕਿਉਂਕਿ ਇਹ ਮੁਸਲਮਾਨ ਲੋਕ ਐਸਾ ਕਰਦੇ ਸਨ। ਮਾਂਸ ਖਾਣੇ ਕਰਹਿ ਨਿਵਾਜ, ਇਹ ਜਿਹੜੇ ਮਨੁੱਖਾਂ ਨੂੰ ਖਾਣ ਵਾਲੇ ਆਦਮਖੋਰ, ਭਾਵ ਲੋਕਾਂ ਦਾ ਲਹੂ ਪਸੀਨਾ ਖਾਣ ਵਾਲੇ, ਵੱਡੀਆਂ ਖਾਣ ਵਾਲੇ, ਕਰਹਿ ਨਿਵਾਜ, ਇਹ ਮੁਸਲਮਾਨ ਹਾਕਮ ਵੀ ਨਮਾਜ਼ਾਂ ਪੜ੍ਹਦੇ ਨੇ, ਭਾਵ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦਾ ਯਤਨ ਕਰਦੇ ਹਨ। ਦੂਜੇ ਪਾਸੇ ਛੁਰੀ ਵਗਾਇਨ, ਜਿਹੜੇ ਉਹਨਾਂ ਦੇ ਅੱਗੇ ਮੁਨਸ਼ੀ ਤੇ ਮੁਸੱਦੀ ਨੇ ਹਿੰਦੂ ਲੋਕ, ਔਰ ਉਹ ਉਹਨਾਂ ਮੁਸਲਮਾਨਾਂ ਦੇ ਨਾਲ ਜਿਹੜੇ ਮਾਂਸ ਖਾਣੇ ਹਨ, ਆਦਮਖੋਰ ਨੇ, ਵੱਡੀਆਂ ਖਾਂਦੇ ਨੇ, ਪਾਪ ਕਰਦੇ ਨੇ ਹਿੰਦੂਆਂ ਤੇ ਇਹ ਵੀ ਉਹਨਾਂ ਦੇ ਨਾਲ ਰਲ ਕੇ ਛੁਰੀ ਵਗਾਇਨ, ਵੀ ਇਹ ਵੀ ਨਾਲ ਛੁਰੀ ਚਲਾਉਂਦੇ ਨੇ, ਭਾਵ ਉਹ ਕਲਮ ਦੀ ਛੁਰੀ, ਜਿਵੇਂ ਉਹ ਟੈਕਸ ਲਾ ਰਿਹਾ ਸੀ ਨਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ ਜਿਹੜੇ ਮਾਂਸ ਖਾਣੇ ਮੁਸਲਮਾਨ ਹਾਕਮ ਨੇ, ਬਈ ਇਹ ਨਮਾਜ਼ ਪੜ੍ਹਦੇ ਨੇ ਆਪਣੇ ਆਪ ਨੂੰ ਧਰਮੀ ਦੱਸਣ ਵਾਸਤੇ। ਦੂਸਰੇ ਪਾਸੇ ਜਿਹੜੇ ਹਿੰਦੂ ਇਹਨਾਂ ਦੇ ਅਧਿਕਾਰੀ ਨੇ, ਕਰਮਚਾਰੀ ਨੇ, ਉਹ ਵੀ ਇਹਨਾਂ ਦੇ ਨਾਲ ਰਲ ਕੇ ਛੁਰੀ ਵਗਾਉਂਦੇ ਨੇ, ਭਾਵ ਗਊ ਤੇ ਬ੍ਰਾਹਮਣਾਂ ਤੇ ਟੈਕਸ ਲਾਉਂਦੇ ਨੇ। ਤਿੰਨ ਗਲ ਤੱਗ ਉਹਨਾਂ ਦੇ ਗਲ ਦੇ ਵਿੱਚ ਵੀ ਤੱਗ ਜਨੇਊ ਪਾਏ ਹੋਏ ਨੇ। ਮੁਸਲਮਾਨ ਆਪਣੀ ਥਾਂ ਧਰਮੀ ਦੱਸਦੇ ਨੇ, ਇੱਕ ਪਾਸੇ ਜਿਉਂਦੇ ਆਦਮੀਆਂ ਨੂੰ ਖਾਈ ਜਾਂਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਹਿੰਦੂ ਵੀ ਭਾਈਵਾਲ ਬਣੇ ਹੋਏ, ਉਹ ਵੀ ਨਾਲ ਹੀ ਛੁਰੀ ਵਗਾਉਂਦੇ ਨੇ ਤੇ ਉਹਨਾਂ ਦੇ ਗਲ ਦੇ ਵਿੱਚ ਵੀ ਜਨੇਊ ਪਾਏ ਹੋਏ ਹਨ। ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਭੇ ਆਵਹਿ ਓਈ ਸਾਧ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਹਿੰਦੂ ਅਧਿਕਾਰੀਆਂ ਦੇ ਘਰ ਦੇ ਵਿੱਚ ਜਾ ਜਾ ਕੇ ਬ੍ਰਾਹਮਣ ਵੀ ਸੰਖ ਪੂਰਦੇ ਨੇ, ਕਿਉਂਕਿ ਬ੍ਰਾਹਮਣਾਂ ਦੇ ਜਜ਼ਮਾਨ ਤਾਂ ਹਿੰਦੂ ਹੀ ਸਨ ਤੇ ਹਿੰਦੂ ਮੁਸਲਮਾਨੀ ਪ੍ਰਭਾਵ ਦੇ ਹੇਠਾਂ ਆਪਣਾ ਧਰਮ ਕਰਮ ਛੱਡ ਬੈਠੇ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਜਿਹੜੇ ਹਿੰਦੂ ਅਧਿਕਾਰੀ ਨੇ, ਜਿਨ੍ਹਾਂ ਨੇ ਆਪਣਾ ਧਰਮ ਕਰਮ ਛੱਡ ਦਿੱਤਾ ਹੋਇਆ, ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਬ੍ਰਾਹਮਣ ਨਾਦ ਪੂਰਦੇ ਨੇ, ਸੰਖ ਵਜਾਉਂਦੇ ਹਨ। ਉਹਨਾਂ ਪੇ ਆਵੇ ਉਹੀ ਸਾਧ, ਫਿਰ ਉਹਨਾਂ ਨੂੰ ਵੀ ਤੇ ਉਹੋ ਜਿਹਾ ਹੀ ਸਵਾਦ ਆਉਣਾ ਹੈ ਨਾ। ਇਹਦਾ ਮਤਲਬ ਇਹ ਹੈ ਬਈ ਅਸਲੀ ਧਰਮ ਨਾ ਮੁਸਲਮਾਨਾਂ ਦਾ ਰਿਹਾ ਹੈ ਤੇ ਨਾ ਹੀ ਹਿੰਦੂਆਂ ਦਾ। ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਕੇ ਹਿੰਦੂ ਵੀ ਆਪਣਾ ਧਰਮ ਕਰਮ ਛੱਡ ਬੈਠੇ ਨੇ ਤੇ ਜਿਹੜੇ ਬ੍ਰਾਹਮਣ ਲੋਕ ਨੇ ਹਿੰਦੂ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਸੰਖ ਪੂਰਦੇ ਨੇ। ਉਹਨਾਂ ਨੇ ਵੀ ਆਪਣਾ ਧਰਮ ਕਰਮ ਛੱਡ ਦਿੱਤਾ ਹੈ ਤੇ ਫਿਰ ਉਹਨਾਂ ਨੂੰ ਵੀ ਤੇ ਉਹੋ ਜਿਹਾ ਹੀ ਨਾਲ ਸਵਾਦ ਪ੍ਰਾਪਤ ਹੋਣਾ ਹੈ। ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰਹਿ ਆਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੁਨੀਆ ਦੇ ਲੋਕ ਨੇ ਕੂੜੀ ਰਾਸ, ਉਹਨਾਂ ਦੇ ਕੋਲ ਕੂੜੀ ਹੀ ਰਾਸ ਖੇਪ ਹੈ, ਝੂਠੀ ਹੀ ਪੂੰਜੀ ਹੈ ਤੇ ਕੂੜਾ ਵਪਾਰ ਤੇ ਝੂਠਾ ਹੀ ਵਪਾਰ ਕਰ ਰਹੇ ਹਨ। ਕੂੜ ਬੋਲ ਕਰਹਿ ਆਹਾਰ, ਉਹਦਾ ਕੀ ਕਾਰਨ ਹੈ? ਸਤਿਗੁਰੂ ਕਹਿੰਦੇ ਨੇ ਇਹ ਜਿੰਨੇ ਵੀ ਹਿੰਦੂ ਮੁਸਲਮਾਨ ਨੇ, ਚਾਹੇ ਬ੍ਰਾਹਮਣ ਵੀ ਹਨ, ਉਹ ਝੂਠ ਬੋਲ ਬੋਲ ਕੇ ਆਪਣਾ ਆਹਾਰ ਕਰਦੇ ਨੇ, ਝੂਠ ਬੋਲ ਬੋਲ ਕੇ ਹੀ ਆਪਣਾ ਪੇਟ ਭਰਦੇ ਹਨ। ਝੂਠ ਦਾ ਸਭ ਨੇ ਠੇਕਾ ਲਿਆ ਹੋਇਆ ਹੈ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਇਹਨਾਂ ਦੀ ਜਿਹੜੀ ਪੂੰਜੀ ਵੀ ਝੂਠੀ ਹੈ ਤੇ ਝੂਠ ਦਾ ਹੀ ਵਪਾਰ ਕਰਦੇ ਹਨ ਤੇ ਝੂਠ ਬੋਲ ਬੋਲ ਕੇ ਆਹਾਰ ਕਰਦੇ ਨੇ, ਪੇਟ ਭਰਦੇ ਹਨ। ਸ਼ਰਮ ਧਰਮ ਕਾ ਡੇਰਾ ਦੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਜਿਹੜਾ ਸ਼ਰਮ, ਜਿਹੜੀ ਵਿਸ਼ੇ ਵਿਕਾਰਾਂ ਵੱਲੋਂ ਲੱਜਿਆ ਕਰਨੀ ਸੀ ਅਥਵਾ ਵੈਰਾਗ ਧਾਰਨ ਕਰਨਾ ਸੀ, ਤੇ ਜਿਹੜਾ ਧਰਮ ਸੀ ਸ਼ੁਭ ਗੁਣ, ਇਹ ਸ਼ਰਮ ਤੇ ਧਰਮ ਦਾ ਡੇਰਾ ਹੀ ਦੂਰ ਹੋ ਗਿਆ ਹੈ। ਇਹ ਤੇ ਕਿਧਰੇ ਦਿਖਾਈ ਨਹੀਂ ਦਿੰਦੇ। ਜਿਵੇਂ ਇੱਕ ਥਾਂ ਤੇ ਪਹਿਲਾਂ ਵੀ ਸਤਿਗੁਰੂ ਨੇ ਬਚਨ ਆਖਿਆ ਸੀ, ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਉਸੇ ਚੀਜ਼ ਦਾ ਇੱਥੇ ਸਤਿਗੁਰੂ ਮਹਾਰਾਜ ਪ੍ਰਗਟਾਵਾ ਕਰ ਰਹੇ ਹਨ। ਸ਼ਰਮ ਤੇ ਧਰਮ ਦਾ ਡੇਰਾ ਹੀ ਦੂਰ ਚਲਿਆ ਗਿਆ ਹੈ। ਨਾਨਕ ਕੂੜ ਰਹਿਆ ਭਰਪੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਕਲਯੁਗ ਦੇ ਵਿੱਚ ਤਾਂ ਸਭ ਥਾਵਾਂ ਤੇ ਕੂੜ ਹੀ, ਝੂਠ ਹੀ
ਪਰਿਪੂਰਨ ਹੋ ਰਿਹਾ ਹੈ। ਸਭ ਥਾਵਾਂ ਤੇ ਝੂਠ ਦਾ ਇਹ ਬੋਲ ਬਾਲਾ ਦਿਸ ਰਿਹਾ ਹੈ। ਮੱਥਾ ਟਿੱਕਾ ਤੇੜ ਧੋਤੀ ਕਖਾਈ। ਲੋ ਹਜ਼ੂਰ ਕਹਿੰਦੇ ਨੇ, ਵੇਖ ਲੋ ਜਿਹੜੇ ਹਿੰਦੂ ਖੱਤਰੀ ਨੇ ਉਹਨਾਂ ਦੇ ਮੱਥੇ ਉੱਤੇ ਤਾਂ ਤਿਲਕ ਲਾਇਆ ਹੋਇਆ ਹੈ ਤੇ ਤੇੜ ਕਖਾਏ ਰੰਗ ਦੀ ਧੋਤੀ ਵੀ ਬੰਨੀ ਹੋਈ ਹੈ। ਉਹ ਕਖਾਏ ਰੰਗ ਦੀ ਧੋਤੀ ਭਗਵੇਂ ਰੰਗ ਨੂੰ ਕਖਾਇਆ ਕਹਿੰਦੇ ਨੇ। ਮੱਥਾ ਟਿੱਕਾ, ਮੱਥੇ ਉੱਤੇ ਤਿਲਕ ਲਾਇਆ ਹੋਇਆ ਹੈ ਤੇ ਤੇੜ ਕਖਾਈ ਧੋਤੀ ਵੀ ਪਹਿਨੀ ਹੋਈ ਹੈ। ਹੱਥ ਛੁਰੀ ਜਗਤ ਕਾ ਸਾਈ। ਤੇ ਸਤਿਗੁਰੂ ਕਹਿੰਦੇ ਨੇ, ਪਰ ਇਹਨਾਂ ਨੇ ਮੁਸਲਮਾਨ ਹਾਕਮਾਂ ਦੇ ਅਧੀਨ ਹੋ ਕੇ ਹੱਥ ਵਿੱਚ ਛੁਰੀ ਪਕੜੀ ਹੋਈ ਹੈ। ਭਾਵ ਜਿਹੜੇ ਕਾਲੇ ਕਾਨੂੰਨ ਨੇ, ਕੋਈ ਜਿਵੇਂ ਬ੍ਰਾਹਮਣਾਂ ਤੇ ਧਰਮ ਅਸਥਾਨਾਂ ਤੇ ਟੈਕਸ ਲਾਉਣਾ, ਔਰ ਇਹਨਾਂ ਨੇ ਵੀ ਹੱਥ ਵਿੱਚ ਕਲਮ ਦੀ ਛੁਰੀ ਪਕੜੀ ਹੋਈ ਹੈ, ਕਾਲੇ ਕਾਨੂੰਨਾਂ ਦੀ ਛੁਰੀ ਪਕੜੀ ਹੋਈ ਹੈ। ਜਗਤ ਕਾ ਸਾਈ। ਲੋ ਸਤਿਗੁਰੂ ਕਹਿੰਦੇ ਨੇ ਵੀ ਜਗਤ ਦੇ ਲਈ ਇਹ ਕਸਾਈ ਬੁੱਚੜ ਬਣੇ ਹੋਏ ਹਨ। ਨੀਲ ਵਸਤਰ ਪਹਿਰ ਹੋਵਹਿ ਪਰਵਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁਸਲਮਾਨਾਂ ਦੇ ਰਾਜ ਵਿੱਚ ਨੀਲੇ ਕੱਪੜੇ ਨੂੰ ਇਹ ਰਾਜਸੀ ਲਿਬਾਸ ਮੰਨਿਆ ਜਾਂਦਾ ਸੀ। ਇਸੇ ਲਈ ਨੀਲੇ ਕੱਪੜੇ ਪਾ ਕੇ, ਨੀਲੇ ਵਸਤਰ ਪਹਿਨ ਕੇ ਸੰਸਾਰ ਦੇ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਹਨ। ਮਲੇਸ਼ ਧਾਨ ਲੈ ਪੂਜਹਿ ਪ੍ਰਾਣ। ਤੇ ਫਿਰ ਮਲੇਸ਼ਾਂ ਦਾ ਧਾਨ ਲੈ ਕੇ ਖਾਂਦੇ ਹਨ ਤੇ ਪੂਜਾ ਹੈ ਪੁਰਾਣ, ਤੇ ਅੰਦਰ ਵੜ ਵੜ ਕੇ ਪੁਰਾਣ ਪੂਜਦੇ ਨੇ, ਭਾਵ ਪੁਰਾਣ ਪੜ੍ਹਦੇ ਹਨ। ਬਾਹਰੋਂ ਮੁਸਲਮਾਨਾਂ ਦੇ ਜਿਹੜੇ ਧਰਮ ਗ੍ਰੰਥ ਨੇ, ਕੁਰਾਨ ਸ਼ਰੀਫ ਆਦਿਕ, ਉਹ ਪੜ੍ਹਦੇ ਨੇ, ਪਰ ਅੰਦਰ ਲੁਕ ਲੁਕ ਕੇ ਤੇ ਪੂਜਾ ਹੈ ਪੁਰਾਣ ਤੇ ਪੁਰਾਣਾਂ ਨੂੰ ਪੂਜਦੇ ਨੇ। ਆਪਣੇ ਜਿਹੜੇ ਇਤਿਹਾਸਕ ਗ੍ਰੰਥ ਨੇ, ਪੁਰਾਣ ਪੜ੍ਹਦੇ ਹਨ।